ABC ਪੰਜਾਬ ਦੇ ਖਾਸ ਬੁਲੇਟਿਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਖਾਸ ਖਬਰਾਂ। ਸੰਸਦ ਦੀ ਪੁਰਾਣੀ ਇਮਾਰਤ ਹੁਣ ਸੰਵਿਧਾਨ ਸਦਨ। ਲੋਕ ਸਭਾ 'ਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼। ਨਵੀਂ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਹੋਇਆ ਹੰਗਾਮਾ। ਨੂੰ ਹਿੰਸਾ ਦੇ ਦੋਸ਼ੀ ਕਾਂਗਰਸ ਦੇ MLA ਨੂੰ ਭੇਜਿਆ ਗਿਆ ਜੇਲ੍ਹ। ਚੰਦਰਬਾਬੂ ਨਾਇਡੂ ਦੀ ਜ਼ਮਾਨਤ 21 ਸਤੰਬਰ ਨੂੰ ਹੋਵੇਗੀ ਸੁਣਵਾਈ। ਲਾਰੈਂਸ ਬਿਸ਼ਨੋਈ ਨੂੰ ਗੈਂਗਸਟਰ ਅਤੇ ਅੱਤਵਾਦੀ ਕਹਿਣ ਤੇ ਇਤਰਾਜ਼। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੀ 96 ਸਾਲ ਪੁਰਾਣੀ ਇਮਾਰਤ ਦੀ ਜਿਹੜੀ ਕਾਰਵਾਈ ਦਾ ਜਿਹੜਾ ਆਖਰੀ ਦਿਨ ਸੀ, ਆਜ਼ਾਦੀ ਅਤੇ ਸੰਵਿਧਾਨ ਨੂੰ ਅਪਣਾਉਣ ਦੀ ਗਵਾਹ ਇਸ ਇਮਾਰਤ ਨੂੰ ਵਧਾਈ ਦੇਣ ਲਈ ਵਿਰੋਧੀ ਧਿਰ ਤੇ ਸਰਕਾਰ ਸਾਰੇ ਸੰਸਦ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਦੇ ਨਾਲ ਫੋਟੋ ਵੀ ਖਿਚਾਈ ਤੇ ਇਸ ਤੋਂ ਬਾਅਦ तमाम ਜਿਹੜੇ ਲੋਕ ਸਭਾ ਮੈਂਬਰ ਨੇ ਉਹ ਸੈਂਟਰਲ ਹਾਲ ਪਹੁੰਚੇ। ਸੈਂਟਰ ਹਾਲ 'ਚ ਆਪਣੇ ਤਜਰਬਿਆਂ ਨੂੰ ਸਾਂਝੇ ਕਰਦੇ ਸਮੇਂ ਕੁਝ ਸੰਸਦ ਮੈਂਬਰ ਭਾਵੁਕ ਵੀ ਹੋ ਗਏ ਤੇ ਕਿਸੇ ਨੇ ਕਿਹਾ ਕਿ ਇਹ ਇੱਕ ਮਾਣਮੱਤਾ ਅਤੇ ਗੌਰਵ ਭਰਿਆ ਪਲ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਦਾ ਸੈਂਟਰ ਹਾਲ ਸਾਨੂੰ ਭਾਵੁਕ ਵੀ ਕਰਦਾ ਹੈ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਵੀ ਕਰਦਾ। 1947 'ਚ ਅੰਗਰੇਜ਼ੀ ਹਕੂਮਤ ਨੇ ਸੱਤਾ ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਕੀਤੀ ਸੀ, ਉਦੋਂ ਇੱਥੇ ਹੀ ਸੰਵਿਧਾਨ ਦੇਸ਼ ਦੀ ਰੱਖਿਆ ਗਿਆ ਸੀ। ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਅੱਜ ਇੱਥੋਂ ਵਧਾਈ ਲੈ ਲਈ ਆ ਤੇ ਸੰਸਦ ਦੇ ਵਿੱਚ ਨਵੇਂ ਭਵਨ 'ਚ ਬੈਠਣ ਵਾਲੇ ਆ। ਇਹ ਬਹੁਤ ਸ਼ੁਭ ਆ ਤੇ ਗਣੇਸ਼ ਚਤੁਰਥੀ ਦੇ ਦਿਨ ਅਸੀਂ ਬੈਠ ਰਹੇ ਹਾਂ ਤੇ ਅੱਜ ਨਵੇਂ ਸੰਸਦ ਭਵਨ 'ਚ ਅਸੀਂ ਸਭ ਮਿਲ ਕੇ ਨਵੇਂ ਭਵਿੱਖ ਦਾ ਸ਼੍ਰੀ ਗਣੇਸ਼ ਕਰਨ ਜਾ ਰਹੇ ਹਾਂ। ਪ੍ਰਧਾਨ ਮੰਤਰੀ ਨੇ ਪੁਰਾਣੇ ਸੰਸਦ ਭਵਨ ਨੂੰ ਸੰਵਿਧਾਨ ਸਦਨ ਦੇ ਨਾਮ ਤੇ ਬੁਲਾਉਣ ਦਾ ਪ੍ਰਸਤਾਵ ਰੱਖਿਆ। ਸੈਂਟਰ ਹਾਲ 'ਚ ਮੌਜੂਦ ਸੰਸਦਾਂ ਨੇ ਮੇਜ਼ ਥਪਥਪਾ ਕੇ ਇਸ ਦੀ ਸਹਿਮਤੀ ਦਿੱਤੀ। ਨਰਿੰਦਰ ਮੋਦੀ ਨੇ ਕਿਹਾ ਕਿ ਪੁਰਾਣੇ ਸਦਨ ਦੀ ਗਰਿਮਾ ਕਦੇ ਵੀ ਘੱਟ ਨਹੀਂ ਹੋਣੀ ਚਾਹੀਦੀ। ਸੰਵਿਧਾਨ ਸਦਨ ਤੋਂ ਸਾਨੂੰ ਪ੍ਰੇਰਨਾ ਮਿਲਦੀ ਰਹੇਗੀ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਫਿਰ 38 ਮਿੰਟ ਦਾ ਭਾਸ਼ਣ ਕੀਤਾ। 10 ਵੱਡੀਆਂ ਗੱਲਾਂ ਕਹੀਆਂ। ਇੱਕ, ਉਹਨਾਂ ਨੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਸੰਸਦ ਭਵਨ ਸਾਡੇ ਲਈ ਜ਼ਿੰਮੇਵਾਰੀ ਨੂੰ ਪ੍ਰੇਰਿਤ ਕਰਨ ਵਾਲਾ ਸੀ। ਸ਼ਾਹਬਾਨੋ ਕੇਸ ਦੇ ਜ਼ਰੀਏ 3 ਤਲਾਕ ਦਾ ਵੀ ਉਹਨਾਂ ਜ਼ਿਕਰ ਕੀਤਾ ਕਿ ਇਸੇ ਸਦਨ ਨੇ ਪਾਸ ਕੀਤਾ। ਅੱਜ ਭਾਰਤ ਦੀ ਨਵੀਂ ਚੇਤਨਾ ਤੇ ਨਵੀਂ ਊਰਜਾ ਦੇ ਨਾਲ ਭਾਰਤ ਉੱਠ ਖੜਿਆ। ਛੋਟੇ ਮੋਟੇ ਮੁੱਦਿਆਂ ਨੂੰ ਉਲਝਣ ਦਾ ਕੰਮ ਖਤਮ ਹੋਣਾ ਚਾਹੀਦਾ ਸਮਾਂ ਤੇ ਸਾਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਆਤਮ ਨਿਰਭਰ ਬਣਨਾ ਚਾਹੀਦਾ। ਛੋਟੇ ਕਨਵੈਂਸ ਤੇ ਵੱਡੇ ਚਿੱਤਰ ਨਹੀਂ ਬਣਾ ਸਕਦੇ, ਲੇਕਿਨ ਇਸ ਤੋਂ ਵੱਡਾ ਕਰਨਾ ਹੋਵੇਗਾ। ਦੁਨੀਆ ਦੇ ਵਿੱਚ ਭਾਰਤ ਟੌਪ 3 ਤੇ ਪਹੁੰਚ ਕੇ ਰਹੇਗਾ। ਦੁਨੀਆ ਭਾਰਤ ਦੇ ਆਤਮ ਨਿਰਭਰ ਮਾਡਲ ਦੀ ਚਰਚਾ ਕਰਨ 'ਚ ਲੱਗੀ ਹੋਈ ਆ। G20 ਸੰਮੇਲਨ ਨੇ ਨਾਲੰਦਾ ਯੂਨੀਵਰਸਿਟੀ ਤਸਵੀਰ ਰੱਖਣ ਦੀ ਕਹਾਣੀ ਬਣਾਈ ਆ। ਪੁਰਾਣੀ ਬਿਲਡਿੰਗ ਨੂੰ ਸੰਵਿਧਾਨ ਸਦਨ ਕਿਹਾ ਜਾਵੇ, ਇਹ ਸਾਨੂੰ ਹਮੇਸ਼ਾ ਹੀ ਪ੍ਰੇਰਨਾ ਦਿੰਦਾ ਰਹੇਗਾ। ਲੋਕ ਸਭਾ ਦੇ ਅੱਜ 158ਵੇਂ ਸੰਵਿਧਾਨ ਸੋਧਨ ਬਿੱਲ ਯਾਨੀ ਨਾਰੀ ਸ਼ਕਤੀ ਵੰਦਨ ਬਿੱਲ ਪੇਸ਼ ਕੀਤਾ ਗਿਆ। ਇਸ ਦੇ ਮੁਤਾਬਕ ਲੋਕ ਸਭਾ ਤੇ ਰਾਜ ਸਭਾ ਦੀਆਂ ਵਿਧਾਨ ਸਭਾ 'ਚ ਹੁਣ ਔਰਤਾਂ ਦੀ ਸੀਟਾਂ 33% ਰਿਜ਼ਰਵੇਸ਼ਨ ਲਾਗੂ ਹੋ ਜਾਏਗਾ। ਇਸ ਫਾਰਮੂਲੇ ਦੇ ਮੁਤਾਬਕ ਹੁਣ ਲੋਕ ਸਭਾ ਵਿੱਚ 543 ਸੀਟਾਂ 'ਚੋਂ 181 ਸੀਟਾਂ ਔਰਤਾਂ ਲਈ ਰਾਖਵੀਆਂ ਹੋ ਜਾਣਗੀਆਂ। ਨਵੇਂ ਬਿੱਲ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਪੇਚੀਦਗੀਆਂ ਨੇ ਉਹ ਆ ਕਿ ਡੀਲਿਮਿਟੇਸ਼ਨ ਤੋਂ ਬਾਅਦ ਹੀ ਲਾਗੂ ਹੋਊਗਾ ਔਰ ਇਹ ਡੀਲਿਮਿਟੇਸ਼ਨ ਬਿੱਲ ਪਾਸ ਹੋਣ ਤੋਂ ਬਾਅਦ ਹੋਣ ਵਾਲੀ ਜਨਗਣਨਾ ਦੇ ਆਧਾਰ ਤੇ ਹੋਏਗਾ। 2024 ਵਿੱਚ ਹੋਣ ਵਾਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਗਣਨਾ ਅਤੇ ਡੀਲਿਮਿਟੇਸ਼ਨ ਕਰੀਬ ਇਕੱਠੀਆਂ ਹੋਣੀਆਂ ਸੰਭਵ ਨਹੀਂ ਹੈ। ਡੀਲਿਮਿਟੇਸ਼ਨ ਇਸ ਕਾਨੂੰਨ ਤੋਂ ਬਾਅਦ ਹੋਣ ਵਾਲੀ ਜਨਗਣਨਾ ਦੇ ਆਧਾਰ ਤੇ ਹੋਏਗਾ। 2024 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਗਣਨਾ ਅਤੇ ਡੀਲਿਮਿਟੇਸ਼ਨ ਕਰੀਬ ਇੱਕੋ ਵੇਲੇ ਕਰਾਉਣੀਆਂ ਦੇਸ਼ ਵਾਸਤੇ ਸੰਭਵ ਨਹੀਂ ਹੈ। ਵਿਧਾਨ ਸਭਾ ਤੇ ਲੋਕ ਸਭਾ ਜਿਹੜੀਆਂ ਚੋਣਾਂ ਸਮੇਂ ਤੇ ਹੋਣ, ਇਸ ਤੋਂ ਪਹਿਲਾਂ ਜਿਹੜਾ ਔਰਤਾਂ ਦਾ ਰਾਖਵਾਂਕਰਨ ਲਾਗੂ ਨਹੀਂ ਹੋਊਗਾ। ਮੰਨਿਆ ਜਾ ਰਿਹਾ ਕਿ 2029 ਦੇ ਲੋਕ ਸਭਾ ਚੋਣਾਂ ਜਾਂ ਇਸ ਤੋਂ ਪਹਿਲਾਂ ਕੁਝ ਵਿਧਾਨ ਸਭਾ ਚੋਣਾਂ 'ਚ ਲਾਗੂ ਹੋ ਸਕਦਾ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਇਹ ਇਤਿਹਾਸਕ ਬਿੱਲ ਲੈ ਕੇ ਆਏ ਆ। ਹੁਣ ਲੋਕ ਸਭਾ 'ਚ 82 ਔਰਤਾਂ ਸੰਸਦ ਨੇ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ 181 ਔਰਤਾਂ ਸੰਸਦ ਮੈਂਬਰ ਬਣ ਜਾਣਗੀਆਂ। ਇਹ ਰਾਖਵਾਂਕਰਨ ਸਿੱਧੇ ਚੁਣੇ ਜਾਣ ਵਾਲੇ ਲੋਕ ਪ੍ਰਤੀਨਿਧੀਆਂ 'ਤੇ ਲਾਗੂ ਹੋਏਗਾ, ਯਾਨੀ ਕਿ ਰਾਜ ਸਭਾ ਤੇ ਜਿਹੜੇ ਸੂਬਿਆਂ ਦੀਆਂ ਵੱਖ-ਵੱਖ ਜਿਹੜੀਆਂ
ਵਿਧਾਨ ਸਭਾ ਜਿਹੜੀਆਂ ਉਹਨਾਂ ਤੇ ਲਾਗੂ ਹੋਊਗਾ, ਲੇਕਿਨ ਰਾਜ ਸਭਾ ਤੇ ਜਿਹੜੀਆਂ ਵਿਧਾਨ ਪਰਿਸ਼ਦ ਆ ਉੱਥੇ ਲਾਗੂ ਨਹੀਂ ਹੋਊਗਾ। ਸਿਰਫ ਲੋਕ ਸਭਾ ਤੇ ਵਿਧਾਨ ਸਭਾ 'ਚ ਹੀ ਲਾਗੂ ਹੋਵੇਗਾ। ਹੁਣ ਲੋਕ ਸਭਾ ਦੀ ਜਿਹੜੀ ਕਾਰਵਾਈ ਸੀ ਉਹ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਹੈ। ਉਧਰ ਮਹਿਲਾ ਰਾਖਵੇਂਕਰਨ ਦੇ ਮੁੱਦੇ ਤੇ ਕਾਂਗਰਸ ਪਾਰਟੀ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਦੇ ਬਿਆਨ ਤੇ ਹੰਗਾਮਾ ਹੋ ਗਿਆ। ਉਹਨਾਂ ਕਿਹਾ ਕਿ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਬਿੱਲ ਲਿਆਇਆ ਗਿਆ ਸੀ, ਇਹ ਬਿੱਲ ਹਾਲੇ ਵੀ ਮੌਜੂਦ ਹੈ। ਇਸ ਤੇ ਨਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਬਿੱਲ ਨਵਾਂ ਲੈ ਕੇ ਆਏ ਹਾਂ, ਤੁਹਾਨੂੰ ਆਪਣੀ ਜਾਣਕਾਰੀ ਦਰੁਸਤ ਕਰ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਵਿਰੋਧੀ ਸੰਸਥਾ ਨੇ ਬਿੱਲ ਦੀ ਕਾਪੀ ਲਿਆ ਕੇ ਸਰਕਾਰ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਬਿੱਲ ਦੀ ਇਹ ਜਿਹੜੀ ਆ ਸਰਕਾਰ ਦਾ ਕਹਿਣਾ ਕਿ ਬਿੱਲ ਨੂੰ ਅਪਲੋਡ ਕਰ ਦਿੱਤਾ ਗਿਆ, ਪਰ ਵਿਰੋਧੀਆਂ ਕਹਿਣਾ ਕਿ ਕਾਪੀ ਹਾਲੇ ਤੱਕ ਨਹੀਂ ਮਿਲੀ। ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਮੱਲਕਾਰਜੁਨ ਖੜਗੇ ਜਦੋਂ ਬੋਲਣ ਆਏ ਤੇ ਉਹਨਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਤੇ ਚਰਚਾ ਕਰਦੇ ਹੋਏ ਕਿਹਾ ਕਿ ਦਲਿਤ ਅਤੇ ਪਛੜੀ ਜਾਤੀਆਂ ਦੀਆਂ ਔਰਤਾਂ ਨੂੰ ਮੌਕਾ ਨਹੀਂ ਮਿਲਦਾ ਜੋ ਬਾਕੀਆਂ ਨੂੰ ਮਿਲਦਾ। ਉਹਨਾਂ ਦੀ ਇਸ ਗੱਲ ਤੇ ਸਰਕਾਰ ਦੇ MP ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੀ ਰਾਸ਼ਟਰਪਤੀ ਕੌਣ ਆ? ਉਹ ਟਰਾਈਬਲ ਸਮਾਜ ਤੋਂ ਆਉਣ ਵਾਲੀ ਔਰਤ ਹੈ। ਜਿਸ ਪਾਰਟੀ ਦੇ ਤੁਸੀਂ ਪ੍ਰਧਾਨ ਹੋ ਉਸ ਵਿੱਚ ਕਈ ਸਾਲਾਂ ਤੱਕ ਇੱਕ ਔਰਤ ਹੀ ਪ੍ਰਧਾਨ ਰਹੀ ਹੈ। ਸੱਤਾਧਰ ਅਤੇ ਵਿਰੋਧੀ ਧਿਰ ਦੇ ਵਿਚਕਾਰ ਕਾਫੀ ਦੇਰ ਹੰਗਾਮਾ ਚੱਲਦਾ ਰਿਹਾ ਔਰ ਇਸੇ ਹੰਗਾਮੇ ਦੌਰਾਨ ਖੜਗੇ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਉਹਨਾਂ ਕਿਹਾ ਕਿ ਮੈਂ ਇਸ ਬਿੱਲ ਦਾ ਸਵਾਗਤ ਕਰਦਾ। ਇਹ ਬਿੱਲ ਲੋਕ ਸਭਾ ਵਿੱਚ 2010 ਵਿੱਚ ਪਾਸ ਹੋ ਚੁੱਕਾ। ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਜੋ ਕਾਨੂੰਨ ਬਣੇ ਉਸ ਦਾ ਲਾਭ ਗਰੀਬਾਂ ਨੂੰ, ਔਰਤਾਂ, ਸਾਰਿਆਂ ਨੂੰ ਮਿਲੇ। ਮੈਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਹੀ ਬੋਲ ਰਿਹਾ, ਪਰ ਵਿਰੋਧ ਸਰਕਾਰ ਦੇ ਕੁਝ ਲੋਕ ਵਿਚਕਾਰ ਹੀ ਬੋਲਣੇ ਸ਼ੁਰੂ ਹੋ ਗਏ ਨੇ ਤੇ ਰਾਜ ਵਿੱਚ ਫੈਡਰਲ ਢਾਂਚਾ ਜਿਹੜਾ ਉਹ ਕਮਜ਼ੋਰ ਹੋ ਰਿਹਾ। ਦੋਨਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਅੱਜ ਦਾ ਇਤਿਹਾਸਕ ਦਿਨ ਹੈ, ਇਸ ਨੂੰ ਹੰਗਾਮੇ ਦੀ ਭੇਟ ਨਾ ਚੜ੍ਹਾਇਆ ਜਾਵੇ। ਇਹ ਮੁੱਦਾ ਬਹੁਤ ਜ਼ਰੂਰੀ ਆ। ਕਈ ਪ੍ਰਯਾਸ ਹੋਏ ਲੇਕਿਨ ਬਿੱਲ ਪਾਸ ਨਹੀਂ ਹੋ ਸਕਿਆ ਸੀ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਲਈ ਸ਼੍ਰੀ ਅਟਲ ਜੀ ਦੇ ਯਤਨ ਕੀਤੇ ਨੇ, ਪਰ ਉਸ ਸਮੇਂ ਨੰਬਰ ਘੱਟ ਪੈ ਜਾਂਦੇ ਸੀ। ਨਰਿੰਦਰ ਮੋਦੀ ਨੇ ਰਾਜ ਸਭਾ 'ਚ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਭ ਲਈ ਯਾਦਗਾਰ ਹੈ। ਸਾਨੂੰ ਤੈਅ ਸਮੇਂ 'ਚ ਹੀ ਜਿਹੜੇ ਆਪਣੇ ਟਾਰਗੇਟ ਪੂਰੇ ਕਰਨੇ ਚਾਹੀਦੇ, ਕਿਉਂਕਿ ਦੇਸ਼ ਜਿਵੇਂ ਪਹਿਲਾਂ ਸੀ ਉਸ ਤੋਂ ਜ਼ਿਆਦਾ ਜਿਹੜੀ ਪ੍ਰਤੀਕਿਰਿਆ ਨਹੀਂ ਕੀਤੀ ਜਾ ਸਕਦੀ। ਰਾਜ ਵਿੱਚ ਸਾਡੀ ਜਿਹੜੀ ਸਭਾ ਦੇ ਵਿੱਚ ਸੰਖਿਆ ਘੱਟ ਹੈ, ਪਰ ਵਿਸ਼ਵਾਸ ਹੈ ਕਿ ਰਾਜ ਸਭਾ ਜਿਹੜੀ ਆ ਉਹ ਸਿਆਸਤ ਤੋਂ ਪ੍ਰੇਰਿਤ ਹੁੰਦੇ ਇੱਕ ਦੇਸ਼ ਹਿੱਤ ਸੋਚ ਨੂੰ ਅਪਣਾਉਣਗੇ ਤੇ ਇਸ ਬਿੱਲ ਨੂੰ ਪਾਸ ਕਰਨਗੇ। ਉਹਨਾਂ ਕਿਹਾ ਕਿ ਨਵਾਂ ਭਵਨ ਅਹਿਮ ਫੈਸਲੇ ਦਾ ਗਵਾਹ ਬਣ ਰਿਹਾ। ਲੋਕ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਔਰ ਚਰਚਾ ਤੋਂ ਬਾਅਦ ਬਿੱਲ ਇੱਥੇ ਆਇਆ। ਨਾਰੀ ਸਸ਼ਕਤੀਕਰਨ ਦੇ ਨਾਲ ਜੁੜਿਆ ਇਹ ਬਿੱਲ ਹੈ। ਸਾਡਾ ਯਤਨ ਰਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਅਨੇਕ ਸੈਕਟਰ ਵਿੱਚ ਜਿਨ੍ਹਾਂ ਔਰਤਾਂ ਦੀ ਭੂਮਿਕਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ ਔਰ ਸਾਡੇ ਸੈਨਿਕ ਸਕੂਲਾਂ ਦੇ ਦਰਵਾਜ਼ੇ ਬੇਟੀਆਂ ਲਈ ਖੋਲ੍ਹ ਦਿੱਤੇ ਗਏ ਨੇ। ਜਿੰਨੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਉਨੀਆਂ ਹੀ ਦੇਸ਼ ਦੀਆਂ ਬੇਟੀਆਂ ਅੱਗੇ ਵਧਣਗੀਆਂ। ਉਹਨਾਂ ਕਿਹਾ ਕਿ ਅਟਲ ਜੀ ਦੇ ਕਈ ਪ੍ਰਯਾਸ ਕੀਤੇ ਲੇਕਿਨ ਨੰਬਰ ਘੱਟ ਪੈਂਦੇ, ਕੁਝ ਰਾਜਨੀਤੀ ਵਿਰੋਧ ਸੀ। ਹੁਣ ਨਵੇਂ ਸਦਨ ਵਿੱਚ ਅਸੀਂ ਇਸ ਬਿੱਲ ਨੂੰ ਪੇਸ਼ ਕਰਕੇ ਨਾਰੀ ਸ਼ਕਤੀ ਵਿੱਚ ਭਾਗੀਦਾਰੀ ਸੁਨਿਸ਼ਚਿਤ ਕਰਨ ਦਾ ਕਦਮ ਉਠਾਇਆ। ਇਸ ਲਈ ਨਾਰੀ ਸ਼ਕਤੀ ਵੰਦਨ ਐਕਟ ਸੰਵਿਧਾਨ ਸੰਸ਼ੋਧਨ ਦੇ ਰੂਪ ਵਿੱਚ ਲੋਕ ਸਭਾ ਵਿੱਚ ਲਿਆ ਗਿਆ ਤੇ ਫਿਰ ਇਹਨੂੰ 1-2 ਦਿਨਾਂ 'ਚ ਰਾਜ ਸਭਾ 'ਚ ਲਿਆਇਆ ਜਾਏਗਾ ਤੇ ਸਾਰਿਆਂ ਜਾਣੇ ਇਸ ਬਿੱਲ ਨੂੰ ਸਰਬਸੰਮਤੀ ਦੇ ਨਾਲ ਪਾਸ ਕਰਨ ਦਾ ਸਹਿਯੋਗ ਦੇਣ। ਹਰਿਆਣਾ ਵਿੱਚ ਹੋਈ ਮਵਾਤ ਹਿੰਸਾ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਫਿਰੋਜ਼ਪੁਰ ਜਿਰਕਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਮਾਮਨ ਖਾਨ ਨੂੰ CGM ਜੋਗਿੰਦਰ ਸਿੰਘ ਦੀ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਵਿਧਾਇਕ ਮਾਮਨ ਖਾਨ ਹੁਣ ਨੂੰ ਜੇਲ੍ਹ ਵਿੱਚ ਬੰਦ ਰਹਿਣਗੇ। ਕੋਰਟ ਨੇ ਦੋਨਾਂ ਧਿਰਾਂ ਦੀ ਬਹਿਸ ਤੋਂ ਬਾਅਦ ਜਿਹੜੀ 20 ਮਿੰਟ ਬਹਿਸ ਚੱਲਦੀ ਉਸ ਤੋਂ ਬਾਅਦ ਕੋਰਟ ਨੇ ਆਪਣਾ ਫੈਸਲਾ ਸੁਣਾਇਆ। ਨੂੰ ਹਿੰਸਾ 'ਚ ਦਰਜ ਕੇਸਾਂ ਦੀ ਜਾਂਚ ਕਰ ਰਹੀ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਦੋਸ਼ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸਹਿਯੋਗ ਨਹੀਂ ਕਰ ਰਹੇ। SIT ਦੇ ਅਧਿਕਾਰੀਆਂ ਦਾ ਕਹਿਣਾ ਕਿ ਮਾਮਨ ਖਾਨ ਨੇ ਆਪਣੇ ਦਰਜ ਬਿਆਨ ਦੇ ਵਿੱਚ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਵਿੱਚ ਜਾਂਚ ਪੂਰੀ ਕਰਨ 'ਚ ਮੁਸ਼ਕਲਾਂ ਆ ਰਹੀਆਂ ਨੇ। ਕੋਰਟ ਵਿੱਚ ਸ਼ਿਕਾਇਤ ਤੋਂ ਬਾਅਦ SIT ਨੇ ਵਿਧਾਇਕ ਤੇ IPC ਦੀ ਧਾਰਾ 180 ਜਿਹੜੀ ਆ ਉਹਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਕਾਂਗਰਸ ਪਾਰਟੀ ਦੇ MLA ਮਾਮਨ ਖਾਨ ਦੇ ਵਕੀਲ ਤਾਹਰ ਹੁਸੈਨ ਦੇਵਲਾ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਦੀ ਪੇਸ਼ੀ 137 ਨੰਬਰ FIR ਵਿੱਚ ਕੀਤੀ ਗਈ ਆ,
ਪੁਲਿਸ ਨੇ ਜੁਡੀਸ਼ੀਅਲੀ ਕਸਟਡੀ ਦੀ ਡਿਮਾਂਡ ਕੀਤੀ ਸੀ, ਜਿਸ ਤੇ ਕੋਰਟ ਨੇ ਵਿਧਾਇਕ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਦੇਵਲਾ ਨੇ ਦੱਸਿਆ ਕਿ ਪੁਲਿਸ ਨੇ ਹੁਣ ਤੱਕ ਜੋ ਵੀ ਤੱਥ ਪੇਸ਼ ਕੀਤੇ ਨੇ ਉਹ ਵਿਧਾਇਕ ਦੇ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕਰ ਸਕੇ। ਕੋਰਟ ਨੇ ਸਾਡੀ ਵੱਲੋਂ ਪਹਿਲਾਂ ਹੀ ਕਿਹਾ ਸੀ ਕਿ ਵਿਧਾਇਕ ਨੂੰ ਗਲਤ ਤਰੀਕੇ ਨਾਲ ਫਸਾਇਆ ਜਾ ਰਿਹਾ, ਇਹ ਪੋਲੀਟੀਕਲ ਮੋਟਿਵ ਵਾਲਾ ਕੇਸ ਹੈ। ਮੋਨੂ ਮਾਨੇਸਰ ਕੇਸ ਨੂੰ ਪ੍ਰਯੋਗ ਕਰਕੇ ਕਾਂਗਰਸ ਵਿਧਾਇਕ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਹੁਣ ਉਹ ਜ਼ਮਾਨਤ ਲਈ ਐਪਲੀਕੇਸ਼ਨ ਦਾਇਰ ਕਰਨਗੇ। ਆਈਪੀਸੀ ਧਾਰਾ 180 ਦੇ ਤਹਿਤ ਅਗਰ ਕੋਈ ਆਪਣੇ ਵੱਲੋਂ ਕਿਸੇ ਬਿਆਨ ਤੇ ਦਸਤਖਤ ਨਹੀਂ ਕਰਦਾ ਜਾਂ ਦਸਤਖਤ ਕਰਨ ਤੋਂ ਇਨਕਾਰ ਕਰਦਾ ਤਾਂ ਉਹਦੇ ਖਿਲਾਫ ਸਜ਼ਾ ਦਾ ਵੀ ਪ੍ਰਾਵਧਾਨ ਹੈ। ਇਸ ਧਾਰਾ ਤਹਿਤ ਉਹਨੂੰ 3 ਮਹੀਨੇ ਦੀ ਕੈਦ ਹੋ ਸਕਦੀ। ਇਸ ਦੇ ਨਾਲ ਹੀ ਧਾਰਾ ਤਹਿਤ ਦੋਸ਼ੀ ਨੂੰ ਦੇ ਖਿਲਾਫ 500 ਰੁਪਏ ਤੱਕ ਵੀ ਜੁਰਮਾਨੇ ਹੋ ਸਕਦਾ। SIT ਦੇ ਅਧਿਕਾਰੀਆਂ ਨੇ ਕਹਿਣਾ ਕਿ ਨੂੰਹ ਹਿੰਸਾ ਦੇ ਪੁੱਛਗਿੱਛ ਵਿੱਚ ਮਾਮਨ ਖਾਨ ਨੇ ਕਈ ਖੁਲਾਸੇ ਕੀਤੇ, ਲੇਕਿਨ ਲਿਖਤੀ ਰੂਪ 'ਚ ਉਹਨੇ ਉੱਤੇ ਆਪਣੀ ਸਟੇਟਮੈਂਟ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਰਵੱਈਏ ਘੰਟੇ ਜਿਹੜੀ ਪੁੱਛਗਿੱਛ ਆ ਵਿਅਰਥ ਹੋ ਜਾਂਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਨੇ ਸਾਜ਼ਿਸ਼ ਦੇ ਬਾਰੇ ਪੂਰੀ ਤਰ੍ਹਾਂ ਉਚਿਤ ਜਾਣਕਾਰੀ ਨਹੀਂ ਦਿੱਤੀ। SIT ਵਿਧਾਇਕ ਤੋਂ CCTV ਤੇ ਦੰਗਾ ਕਰਦੇ ਫੜੇ ਗਏ ਲੋਕਾਂ ਦੇ ਬਾਰੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਸਰੀ ਤਰਫ ਨਿਊਜ਼ ਵਿੱਚ ਸਰਕਾਰ ਨੇ ਇੱਕ ਵਾਰ ਫਿਰ ਤੋਂ ਇੰਟਰਨੈਟ ਅਤੇ SMS ਸਰਵਿਸ ਤੇ ਰੋਕ ਲਗਾ ਦਿੱਤੀ ਹੈ। ਨੂੰ ਵਿੱਚ 17 ਸਤੰਬਰ ਨੂੰ ਸ਼ਾਮ 6 ਵਜੇ ਤੋਂ ਲੈ ਕੇ 19 ਸਤੰਬਰ ਦੇ ਰਾਤ 12 ਵਜੇ ਤੱਕ ਇੰਟਰਨੈਟ ਬੰਦ ਕਰ ਦਿੱਤਾ ਗਿਆ। ਗ੍ਰਹਿ ਵਿਭਾਗ ਦੇ ਸਕੱਤਰ TVSN ਪ੍ਰਸ਼ਾਦ ਦੁਆਰਾ ਇਸ ਜ਼ਿਲ੍ਹੇ ਵਿੱਚ ਸ਼ਾਂਤੀ ਅਤੇ ਸਰਵਜਨ ਵਿਵਸਥਾ ਦੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਇਹ ਆਦੇਸ਼ ਜਾਰੀ ਕੀਤੇ ਗਏ ਨੇ। ਇਸ ਦੇ ਤਹਿਤ ਮੋਬਾਈਲ ਇੰਟਰਨੈਟ, ਮੋਬਾਈਲ ਸੇਵਾਵਾਂ ਤੇ ਬਲਕ SMS ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਜ਼ਮਾਨਤ ਤੇ ਜਿਹੜੀ ਪਟੀਸ਼ਨ ਆ ਉਹ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਵਿੱਚ ਸੁਣਵਾਈ ਹੋਈ। ਕੋਰਟ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਣ 21 ਸਤੰਬਰ ਤੱਕ ਇਹ ਸੁਣਵਾਈ ਟਾਲ ਦਿੱਤੀ ਗਈ ਆ। ਚੰਦਰਬਾਬੂ ਨਾਇਡੂ ਨੂੰ 371 ਕਰੋੜ ਰੁਪਏ ਦੇ ਸਕਿੱਲ ਡਿਵੈਲਪਮੈਂਟ ਸਕੈਮ 'ਚ 9 ਸਤੰਬਰ ਨੂੰ CID ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਚੰਦਰਬਾਬੂ ਨਾਇਡੂ ਦੇ ਵਕੀਲਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ 'ਚ CID ਦੀ FIR ਰੱਦ ਕਰਨ ਅਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ। ਇਸ ਤੇ ਕੋਰਟ ਨੇ 19 ਸਤੰਬਰ ਤੱਕ ਟਾਲ ਦਿੱਤਾ ਸੀ। ਅੱਜ ਸੁਣਵਾਈ ਤੋਂ ਬਾਅਦ ਕੋਰਟ ਨੇ ਇੱਕ ਵਾਰ ਫਿਰ 21 ਸਤੰਬਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ। TDP ਦੇ ਸੰਸਥਾ ਨੇ ਨਾਇਡੂ ਦੀ ਗ੍ਰਿਫਤਾਰੀ ਦੇ ਖਿਲਾਫ ਸੰਸਦ ਵਿੱਚ ਗਾਂਧੀ ਜੀ ਦੀ ਮੂਰਤੀ ਦੇ ਨੇੜੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਹੈਗਾ। ਪਾਰਟੀ ਦੇ ਰਾਮੋ ਨਾਇਡੂ ਨੇ ਗ੍ਰਿਫਤਾਰੀ ਦੇ ਖਿਲਾਫ ਕੇਂਦਰ ਸਰਕਾਰ ਤੋਂ ਦਖਲ ਦੀ ਮੰਗ ਕੀਤੀ ਆ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਸੰਸਦ ਵਿੱਚ ਵਿਸ਼ੇਸ਼ ਅਜਲਾਸ 'ਚ ਨਾਇਡੂ ਦੀ ਗ੍ਰਿਫਤਾਰੀ ਦਾ ਮੁੱਦਾ ਵੀ ਜ਼ਰੂਰ ਉਠਾਏਗੀ। ਨਾਇਡੂ ਮਾਮਲੇ 'ਚ ਲੀਗਲ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇੱਕ ਬੜਾ ਉਲਝਿਆ ਹੋਇਆ ਕੇਸ ਹੈ, ਇਸ ਲਈ ਹਾਈ ਕੋਰਟ ਮਾਮਲੇ ਨੂੰ ਤੁਰੰਤ ਖਾਰਜ ਕਰੇ ਦੀ ਸੰਭਾਵਨਾ ਘੱਟ ਹੈ। ਕੋਰਟ ਫੈਸਲਾ ਦੇਣ ਦੇ ਮਾਮਲੇ 'ਚ ਲੰਮੀ ਸੁਣਵਾਈ ਕਰੇਗਾ। ਨਾਇਡੂ ਦੇ ਖਿਲਾਫ ਅਮਰਾਵਤੀ ਇਨਰ ਰਿੰਗ ਰੋਡ ਮਾਮਲੇ ਵਿੱਚ ਕੇਸ ਦਰਜ ਹੈ। CID ਦਾ ਦੋਸ਼ ਹੈ ਕਿ ਚੰਦਰਬਾਬੂ ਨਾਇਡੂ ਨੇ ਅਮਰਾਵਤੀ ਇਨਰ ਰਿੰਗ ਰੋਡ ਦੇ ਅਲਾਈਨਮੈਂਟ ਨੂੰ ਬਦਲਾ ਦਿੱਤਾ ਸੀ, ਜਿਸ ਲਈ ਉਹਨਾਂ ਨੇ ਉਂਡਾਵਲੀ ਦੇ ਵਿੱਚ ਕ੍ਰਿਸ਼ਨ ਨਦੀ ਦੇ ਕਿਨਾਰੇ ਇੱਕ ਬੰਗਲਾ ਫ੍ਰੀ ਵਿੱਚ ਲਿਆ ਸੀ। ਇਸੇ ਵਜ੍ਹਾ ਨਾਲ ਅਗਰ ਚੰਦਰਬਾਬੂ ਨਾਇਡੂ ਸਕਿੱਲ ਡਿਵੈਲਪਮੈਂਟ ਘਟਾਲੇ ਮਾਮਲੇ 'ਚ ਅਗਰ ਛੁੱਟ ਵੀ ਜਾਂਦਾ, ਪੁਲਿਸ ਉਹਨਾਂ ਫਿਰ ਅਮਰਾਵਤੀ ਇਨਰ ਰਿੰਗ ਰੋਡ ਮਾਮਲੇ 'ਚ ਗ੍ਰਿਫਤਾਰ ਕਰ ਲਏਗੀ। ਇਸ ਤੋਂ ਇਲਾਵਾ ਨਾਇਡੂ ਤੇ YSRCP ਦੇ ਨੇਤਾ ਤੇ ਹਮਲਾ ਕਰਨ ਦੇ ਦੋਸ਼ ਵਿੱਚ ਵੀ ਅਟੈਂਪਟ ਟੂ ਮਰਡਰ ਦਾ ਵੀ ਕੇਸ ਦਰਜ ਹੈ। ਨਾਇਡੂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਬੇਟੇ ਤੇ TDP ਦੇ ਜਨਰਲ ਸਕੱਤਰ ਨਾਰਾ ਲੋਕੇਸ਼ ਨੇ ਪਾਰਟੀ ਦਾ ਕਾਰਜਕਾਰ ਸੰਭਾਲਿਆ। ਲੋਕੇਸ਼ ਰਾਜਾ ਵਿੱਚ ਮੈਰਾਥਨ ਪਦ ਯਾਤਰਾ ਕਰ ਰਹੇ ਨੇ, ਲੇਕਿਨ ਨਾਇਡੂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਇਸ ਯਾਤਰਾ ਨੂੰ ਵਿਚਾਲੇ ਹੀ ਰੋਕ ਦਿੱਤਾ ਸੀ। ਦੂਜੇ ਪਾਸੇ ਪਵਨ ਕਲਿਆਣ ਦੀ ਅਗਵਾਈ ਵਾਲੀ ਜਨ ਸੈਨਾ ਪਾਰਟੀ ਨੇ TDP ਦਾ ਸਮਰਥਨ ਕੀਤਾ। JSP ਨੇ 2024 ਦੇ ਲੋਕ ਸਭਾ ਚੁਣਾਵ ਵਿੱਚ TDS ਦੇ ਨਾਲ ਗੱਠਜੋੜ ਦੀ ਘੋਸ਼ਣਾ ਕੀਤੀ ਹੋਈ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ, ਡਰੱਗ ਤਸਕਰੀ ਅਤੇ ਹੋਰ ਮਾਮਲਿਆਂ ਵਿੱਚ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਉਸ ਨੂੰ ਅੱਤਵਾਦੀ ਜਾਂ ਗੈਂਗਸਟਰ ਕਹਿਣ ਤੇ ਇਤਰਾਜ਼ ਹੈ। ਲਾਰੈਂਸ ਨੇ ਗੁਜਰਾਤ ਦੀ ਵਿਸ਼ੇਸ਼ ਕੋਰਟ ਵਿੱਚ ਜਾਇਜ਼ਾ ਦਾਇਰ ਕਰਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਕਾਗਜ਼ਾਂ ਵਿੱਚ ਬਿਨਾਂ ਠੋਸ ਸਬੂਤ ਦੇ ਨਾਮ ਦੇ ਅੱਗੇ ਅੱਤਵਾਦੀ ਜਾਂ ਗੈਂਗਸਟਰ ਸ਼ਬਦਾਂ ਦਾ ਇਸਤੇਮਾਲ ਤੋਂ ਪਰਹੇਜ਼ ਕਰਨ ਦੇ ਨਿਰਦੇਸ਼ ਦੇਣ ਦੀ ਕੋਰਟ 'ਚ ਮੰਗ ਰੱਖੀ ਹੈ। ਪਟੀਸ਼ਨ ਤੇ ਵਿਸ਼ੇਸ਼ ਜੱਜ KS ਸੁਜਿਤਰਾ ਦੀ ਕੋਰਟ ਨੇ NI ਤੋਂ ਜਵਾਬ ਮੰਗਿਆ। ਇਸ ਮਾਮਲੇ ਦੀ ਸੁਣਵਾਈ ਹੁਣ 22 ਸਤੰਬਰ ਨੂੰ ਹੋਵੇਗੀ। ਜ਼ਿਕਰਯੋਗ ਕਿ 2022 ਵਿੱਚ ਗੁਜਰਾਤ ਤੱਟ ਤੇ ਇੱਕ ਬੇੜੀ ਤੋਂ ਨਸ਼ੇ ਦੀ ਬਰਾਮਦੀ ਦੇ ਮਾਮਲੇ 'ਚ ਪੁਲਿਸ ਰਿਮਾਂਡ ਖਤਮ ਹੋਣ ਦੇ ਬਾਅਦ ਕੋਰਟ ਨੇ ਲਾਰੈਂਸ ਨੂੰ ਜਿਹੜਾ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਲਾਰੈਂਸ ਦੇ ਵਕੀਲ ਆਨੰਦ ਬ੍ਰਹਮਭੱਟਾ ਦੁਆਰਾ ਦਾਇਰ ਪਟੀਸ਼ਨ ਵਿੱਚ ਕਿਹਾ ਕਿ ਭਾਰਤ ਦੇ ਨਾਗਰਿਕ ਦੇ ਰੂਪ ਵਿੱਚ ਮੇਰੇ ਸਭ ਤੋਂ ਕੀਮਤੀ ਅਧਿਕਾਰਾਂ ਨੂੰ ਕਿਸੇ ਵੀ ਵਿਅਕਤੀ ਦੁਆਰਾ ਜਿਹੜਾ ਖੋਇਆ ਨਹੀਂ ਜਾ ਸਕਦਾ। ਕਿਰਪਾ ਉਪਰੋਕਤ ਪ੍ਰਾਰਥਨਾ ਦੇ ਸਬੰਧ 'ਚ
ਜ਼ਰੂਰੀ ਆਦੇਸ਼ ਪਾਸ ਕੀਤੇ ਜਾਣ। ਗੁਜਰਾਤ ਐਂਟੀ ਟੈਰਰਿਸਟ ਸਕੁਐਡ ATS ਨੇ ਸਤੰਬਰ 2022 ਵਿੱਚ ਗੁਜਰਾਤ ਤੱਟ ਤੋਂ ਬੰਦਰਗਾਹ ਤੋਂ ਇੱਕ ਕਿਸ਼ਤੀ ਤੋਂ 39 ਕਿਲੋਗ੍ਰਾਮ ਡਰੱਗਸ ਬਰਾਮਦ ਕੀਤੀ। ਇਸ ਮਾਮਲੇ 'ਚ ਅਪ੍ਰੈਲ ਵਿੱਚ ਲਾਰੈਂਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਹਿਰਾਸਤ ਲਿਆ ਗਿਆ ਸੀ। ਦੱਸਿਆ ਗਿਆ ਕਿ ਡਰੱਗ ਦੀ ਇਹ ਖੇਪ ਲਾਰੈਂਸ ਦੇ ਇਸ਼ਾਰੇ ਤੇ ਪਾਕਿਸਤਾਨ ਤੋਂ ਭੇਜੀ ਗਈ ਸੀ। ਬਾਅਦ ਵਿੱਚ ਇਸ ਮਾਮਲੇ ਨੂੰ NIA ਨੇ ਆਪਣੇ ਹੱਥ ਵਿੱਚ ਲੈ ਲਿਆ। ਕੋਰਟ ਨੇ 12 ਤੋਂ 16 ਸਤੰਬਰ ਤੱਕ ਲਾਰੈਂਸ ਦਾ ਰਿਮਾਂਡ ਮਨਜ਼ੂਰ ਕੀਤਾ। ਇਸ ਤੋਂ ਬਾਅਦ 18 ਸਤੰਬਰ ਤੱਕ ਵਧਾ ਦਿੱਤਾ ਗਿਆ। ਅੰਤ ਉਹਨੂੰ ਹੁਣ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਲਾਰੈਂਸ ਦੁਆਰਾ ਲਗਾਈ ਗਈ ਜਾਚਕਾ ਪਟੀਸ਼ਨ ਵਿੱਚ ਲਾਰੈਂਸ ਨੇ ਖੁਦ ਨੂੰ ਬੇਕਸੂਰ ਦੱਸਿਆ। ਲਾਰੈਂਸ ਦਾ ਕਹਿਣਾ ਕਿ ਉਹ ਲਗਭਗ 10 ਸਾਲਾਂ ਤੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਤੇ ਵੱਖ-ਵੱਖ ਏਜੰਸੀਆਂ ਦੁਆਰਾ ਵੱਖ-ਵੱਖ ਮਾਮਲਿਆਂ 'ਚ ਉਹਨੂੰ ਲਗਾਤਾਰ ਗਲਤ ਤਰੀਕੇ ਨਾਲ ਫਸਾਇਆ ਗਿਆ। ਇੱਕ ਦੋਸ਼ੀ ਦੇ ਰੂਪ 'ਚ ਅਧਿਕਾਰਾਂ ਦਾ ਕਿਸੇ ਵੀ ਸੰਬੰਧਿਤ ਕੋਰਟ ਦੇ ਸਾਹਮਣੇ ਜਾਂ ਸਨਮਾਨਜਨਕ ਨਹੀਂ ਬਣੇਗਾ। ਮੈਨੂੰ ਇੱਕ ਗੈਂਗਸਟਰ ਦੀ ਉਪਾਧੀ ਦਿੱਤੀ ਗਈ ਤੇ ਹਾਲ ਹੀ ਮੈਨੂੰ ਅੱਤਵਾਦੀ ਦੀ ਵੀ ਉਪਾਧੀ ਦਿੱਤੀ ਗਈ ਹੈ। NIA ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲਾਰੈਂਸ ਦੇ ਸਬੰਧਾਂ ਦੀ ਜਾਂਚ ਕਰਨਾ ਚਾਹੁੰਦੀ ਹੈ। ਲਾਰੈਂਸ ਦਾ ਕਹਿਣਾ ਕਿ ਉਹਨਾਂ ਨੇ ਕਿਸੇ ਵੀ ਦੁਆਰਾ ਅੱਤਵਾਦੀ ਜਾਂ ਗੈਂਗਸਟਰ ਦੇ ਰੂਪ ਵਿੱਚ ਸੰਬੋਧਿਤ ਕੀਤੇ ਜਾਣ 'ਤੇ ਉਹਨਾਂ ਨੂੰ ਨਿੱਜੀ ਸਖਤ ਇਤਰਾਜ਼ ਹੈ, ਕਿਉਂਕਿ ਉਹ ਆਪਣੀ ਮਾਂ ਭੂਮੀ ਨੂੰ ਪਿਆਰ ਕਰਦਾ ਤੇ ਅਗਰ ਉਹਨੂੰ ਨਿਆਂ ਨਾ ਮਿਲਿਆ ਤਾਂ ਉਹ ਦੇਸ਼ ਲਈ ਜੀਏਗਾ ਤੇ ਮਰੇਗਾ। ਇਹਦੇ ਖਿਲਾਫ ਕਿਸੇ ਵੀ ਮਾਮਲੇ 'ਚ ਹਜੇ ਕਿਸੇ ਦੋਸ਼ੀ ਨਹੀਂ ਠਹਿਰਾਇਆ ਗਿਆ ਤੇ ਉਹਨਾਂ ਦੇ ਖਿਲਾਫ ਕੋਈ ਵੀ ਪੁਖਤਾ ਸਬੂਤ ਨਹੀਂ ਹੈ। ਲਾਰੈਂਸ ਦਾ ਕਹਿਣਾ ਕਿ ਉਹਦੇ ਨਾਲ ਇੱਕ ਸਜ਼ਾਯਾਫਤਾ ਕੈਦੀ ਦੀ ਤਰ੍ਹਾਂ ਵਿਹਾਰ ਕੀਤਾ ਜਾਵੇ। ਉਸਨੇ ਆਪਣੀ ਅਦਾਲਤੀ ਪੇਸ਼ੀਆਂ ਦੌਰਾਨ ਸੱਚੇ ਦੇਸ਼ ਭਗਤ ਸੀ ਭਗਤ ਸਿੰਘ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨਣ ਤੋਂ ਵੀ ਉੱਤੇ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ, ਪਰ ਤੁਸੀਂ ਹੋਰ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।